भगवंत मान साहब मेरिया गल्लां तुहानूं चुभणगीਆਂ ਤਾਂ बहुत ते ਜਿਹੜੇ ਤੁਹਾਡੇ ਸਪੋਰਟਰ ਨੇ ਸੁਹਿਰਦ ਸਪੋਰਟਰ ਉਹਨਾਂ ਨੂੰ ਤਾਂ ਨਹੀਂ ਚੁਭਣਗੀਆਂ, ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਵੀ ਬਹੁਤ ਚੁਭਣਗੀਆਂ ਤੇ ਤੁਹਾਨੂੰ ਤਾਂ ਚੁਭਣਗੀਆਂ ਹੀ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਸਾਡੀ ਤੁਸੀਂ ਤਾਂ ਕੁਝ ਕਰ ਨਹੀਂ ਸਕਦੇ ਤੇ ਪਰ ਸਾਡੇ ਤੇ ਡਾਕਾ ਨਾ ਮਾਰੋ। ਤੇ ਮੈਂ ਇਹ ਗੱਲ ਕਰ ਰਿਹਾ ਸੀਗਾ ਪਰਸੋਂ ਨਾ ਵੀ ਤੁਸੀਂ ਤਾਂ ਕੁਝ ਤੁਹਾਡੇ ਤੋਂ ਤਾਂ ਕੁਝ ਹੋਣਾ ਨਹੀਂ ਕਿਉਂਕਿ ਅਸੀਂ ਗੁਲਾਮ ਆ, ਤੁਸੀਂ ਵੀ ਗੁਲਾਮ ਹੋ ਸਾਡੇ ਨਾਲ। ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ, ਹੈ ਤੁਸੀਂ ਗੁਲਾਮ ਹੋ ਤੇ ਪਰ ਸਾਡੀ ਰੋਜੀ ਤੇ ਲੱਤ ਨਾ ਮਾਰੋ ਕਿਰਪਾ ਕਰਕੇ, ਬੇਨਤੀ ਆ। ਕਿਉਂਕਿ ਸਾਨੂੰ ਜਿਹੜੇ ਤੁਸੀਂ ਇੰਡੀਆ ਦੇ ਮੰਤਰੀ ਹੋ ਜਾਂ ਮੁੱਖ ਮੰਤਰੀ ਹੋ ਜਾਂ ਮੁੱਖ ਪ੍ਰਧਾਨ ਮੰਤਰੀ ਹੋ ਜਾਂ ਕੋਈ ਫਾਈਨੈਂਸ ਮਿਨਿਸਟਰ ਹੋ ਜਾਂ ਕੋਈ ਫੋਰਨਰ ਮਿਨਿਸਟਰ ਹੋ, ਉਹਨਾਂ ਨੇ ਸਾਡੇ ਇੱਥੇ ਆ ਕੇ ਸਾਡੀ ਰੋਜੀ 'ਚ ਲੱਤ ਹੀ ਮਾਰੀ ਆ ਅੱਜ ਤੱਕ। ਇੰਡੀਆ ਵਾਲਿਆਂ ਨੇ, ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਇੰਡੀਆ ਦੇ ਹੋਣ, ਸਾਡੀ ਰੋਜੀ 'ਚ ਤੁਸੀਂ ਬਾਹਰਲਿਆਂ ਦੀ ਰੋਜੀ 'ਚ NRI ਦੀ ਰੋਜੀ 'ਚ ਲੱਤ ਹੀ ਮਾਰੀ ਆ। ਹੈਲਪ ਸਾਡੀ ਤੁਸੀਂ ਕੋਈ ਨਹੀਂ ਕੀਤੀ ਇੰਡੀਆ ਵਾਲਿਆਂ ਨੇ। ਇੱਥੇ ਰੁਲਦੇ ਨੇ ਬੰਦੇ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣਦੇ, ਐਮਬੈਸੀਆਂ ਦੇ ਮੂਹਰੇ ਨੱਕ ਰਗੜਦੇ ਨੇ, ਉਹਨਾਂ ਨੂੰ ਪਾਸਪੋਰਟ ਨਹੀਂ ਦੇ ਰਹੀਆਂ ਤੁਹਾਡੀਆਂ ਇੰਡੀਆ ਦੀਆਂ ਐਮਬੈਸੀਆਂ। ਉਹਨਾਂ ਦੇ ਸਾਲ ਕੰਪਲੀਟ ਹੋਏ ਪਏ ਨੇ ਉਹਨਾਂ ਦੇ ਇੱਥੇ ਰਹਿਣ ਦਾ, ਜਿਹੜਾ ਇੱਥੇ 3 ਸਾਲ ਦਾ ਰਹਿਣ ਦਾ ਇਹਨਾਂ ਨੇ ਰੱਖਿਆ ਹੋਇਆ ਕਿ 3 ਸਾਲ ਜਿਹੜਾ ਬੰਦਾ ਇੱਥੇ ਰਹਿ ਰਿਹਾ 3 ਸਾਲ ਤੋਂ ਸਾਨੂੰ ਸਬੂਤ ਦੇਵੇ, ਅਸੀਂ ਉਹਨੂੰ ਪੇਪਰ ਦਿੰਦੇ ਹਾਂ। ਉਹਨੂੰ ਪੇਪਰ ਮਿਲਣ ਦੀ ਤਿਆਰੀ ਆ, ਪੱਕਾ ਹੋਣ ਦੀ ਤਿਆਰੀ ਆ। ਵਿਆਹੁਣ ਵਾਲੇ ਮੁੰਡੇ ਨੇ, ਵਿਆਹ ਦੇ ਕਾਬਲ ਨੇ, ਉਹਨਾਂ ਦੀਆਂ ਵਿਆਹਾਂ ਦੀਆਂ ਉਮਰਾਂ ਲੰਘ ਰਹੀਆਂ ਨੇ, ਲੇਕਿਨ ਸਾਡੀਆਂ ਐਮਬੈਸੀਆਂ ਉਹਨਾਂ ਨੂੰ ਪਾਸਪੋਰਟ ਨਹੀਂ ਦੇ ਰਹੀਆਂ ਨੇ। ਆਹ ਤੁਹਾਡੀਆਂ ਕਰਤੂਤਾਂ ਨੇ ਇੰਡੀਆ ਵਾਲਿਆਂ ਦੀਆਂ। ਜਾਂ ਚਾਹੇ ਤੁਸੀਂ ਕੋਈ ਪ੍ਰਧਾਨ ਮੰਤਰੀ ਹੋਵੇ, ਚਾਹੇ ਕੋਈ ਤੁਹਾਡਾ ਮੁੱਖ ਮੰਤਰੀ ਹੋਵੇ, ਚਾਹੇ ਤੁਹਾਡਾ ਕੋਈ ਵੀ ਹੋਵੇ। ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਿ ਤੁਸੀਂ ਸਾਡੀ ਰੋਜੀ 'ਚ ਲੱਤ ਕਿਵੇਂ ਮਾਰੀ ਆ। ਤੁਸੀਂ ਜਿਹੜੇ ਇੰਡੀਆ ਦੇ ਹੋਵੇ, ਚਾਹੇ ਤੁਸੀਂ ਪੰਜਾਬ ਦੇ ਹੋਵੋ, ਚਾਹੇ ਇੰਡੀਆ ਦੇ ਪ੍ਰਧਾਨ ਮੰਤਰੀ ਕੋਈ ਸੈਂਟਰ ਗਵਰਨਮੈਂਟ ਦਾ ਹੋਵੇ, ਚਾਹੇ ਕੋਈ ਫੋਰਨ ਮਿਨਿਸਟਰ, ਸਾਡੇ ਰੋਜੀ 'ਚ ਲੱਤ ਹੀ ਮਾਰਦਾ ਰਿਹਾ ਅੱਜ ਤੱਕ। ਸਾਨੂੰ ਦਿੱਤਾ ਤੁਸੀਂ ਕੁਛ ਨਹੀਂ। ਸਾਡੀਆਂ ਜ਼ਮੀਨ ਜਾਇਦਾਦਾਂ ਤੇ ਨਜਾਇਜ਼ ਕਬਜ਼ੇ ਹੋਏ ਹੋਏ ਨੇ ਪੰਜਾਬ ਦੇ ਵਿੱਚ, ਉਹਦੇ ਬਾਰੇ ਤੁਸੀਂ ਕੋਈ ਕਾਨੂੰਨ ਕੁਛ ਨਹੀਂ ਹੈ। ਬਰਬਾਦ ਹੋ ਜਾ ਰਹੇ ਹਾਂ ਅਸੀਂ। ਮੈਂ ਤੁਹਾਨੂੰ ਦੱਸਦਾ 1993-94 ਦੇ ਵਿੱਚ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਸੀਗੇ ਮੇਰੇ ਖਿਆਲ 'ਚ, ਤੇ ਮੈਂ ਸਾਊਦੀ ਅਰਬ ਸੀ ਉਸ ਟਾਈਮ। ਸਾਊਦੀ ਅਰਬ ਦੀ ਜਿਹੜੀ ਹਾਲਤ ਥੋੜੀ ਜਿਹੀ ਖਸਤਾ ਹੋ ਗਈ ਤੇ ਉਹ ਮੰਨੇ ਹੋਏ ਸੀਗੇ, ਜਾਣੀ ਇਹ ਆਰਥਿਕ ਪੱਖੋਂ ਜਿਹੜੇ ਮਤਲਬ ਡਿਸੀਜਨ ਲੈਂਦੇ ਸੀ, ਉਹਨਾਂ ਦੀ ਚੰਗੀ ਪਹੁੰਚ ਸੀਗੀ, ਨੌਲੇਜ ਸੀ ਉਹਨਾਂ ਨੂੰ, ਮਨਮੋਹਨ ਸਿੰਘ ਨੂੰ। ਉਹਨਾਂ ਨੇ ਮਨਮੋਹਨ ਸਿੰਘ ਨੂੰ ਸੱਦਿਆ ਸਾਊਦੀ ਅਰਬ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਸਾਡੀ ਰੋਜੀ ਦੇ ਵਿੱਚ ਲੱਤ ਕਿਵੇਂ ਮਾਰਦੇ ਹੋ ਆ ਕੇ। ਇਸ ਕਰਕੇ ਕਿਰਪਾ ਕਰਕੇ ਤੁਸੀਂ ਸਾਡੇ ਤੋਂ ਦੂਰ ਹੀ ਰਹੋ, ਬੜੀ ਮਿਹਰਬਾਨੀ ਤੁਹਾਡੀ। ਤੇ ਉਹਨੂੰ ਸੱਦ ਲਿਆ ਜੀ ਉੱਥੇ। ਹੁਣ ਉੱਥੇ ਸਾਊਦੀ ਅਰਬ ਹੋ ਗਿਆ, ਕਤਰ, ਦੁਬਈ, ਬਹਿਰੀਨ, ਉੱਥੇ 90% ਆਪਣੇ ਪੰਜਾਬੀ ਉਹ ਨੇ ਜਿਹੜੇ ਆਪਣੀ ਰੋਟੀ ਪਾਣੀ ਆਪ ਬਣਾਉਂਦੇ ਨੇ। ਕਿਉਂਕਿ ਮੈਸਾਂ ਦੇ ਵਿੱਚ ਕੁਝ 10% ਲੋਕ ਨੇ ਜਿਹੜੀਆਂ ਚੰਗੀਆਂ ਕੰਪਨੀਆਂ 'ਚ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਮੈਸ ਹੈਗੀ ਆ, ਉਹ ਮੈਸ ਖਾਣਾ ਖਾ ਲੈਂਦੇ ਨੇ। ਤੇ ਮੈਸ ਸੀ ਉਹ, ਜੇ ਉਹਨਾਂ ਨੇ ਤੜਕਾ ਤੁੜਕਾ ਲਾਉਣਾ ਮੈਸ 'ਚ ਹੀ ਲਾ ਲੈਂਦੇ, ਉਹ ਸਾਰਾ ਕੁਝ ਫ੍ਰੀ ਹੁੰਦਾ ਉੱਥੇ। ਲੇਕਿਨ 90% ਲੋਕ ਉਹ ਨੇ ਜਿਹੜੀਆਂ ਅਰਬ ਦੇ ਵਿੱਚ ਜਿਹੜੇ ਆਪਣੀ ਰੋਟੀ ਆਪ ਬਣਾਉਂਦੇ ਨੇ। ਉਹਨਾਂ ਨੇ ਗੈਸ ਸਿਲੰਡਰ ਵੀ ਆਪ ਲੈਣਾ, ਉਹਨਾਂ ਨੇ ਸਾਰਾ ਸਮਾਨ ਵੀ ਆਪ ਲੈਣਾ ਹੁੰਦਾ। ਤੇ 93-94 ਦੇ ਵਿੱਚ ਮਨਮੋਹਨ ਸਿੰਘ ਨੂੰ ਉਹਨਾਂ ਨੇ ਸੱਦਿਆ। ਉਹਨਾਂ ਦੇ DGP GDP ਥੱਲੇ ਚਲੀ ਗਈ ਸੀ ਬਿਲਕੁਲ ਨਾ। ਉਹਨਾਂ ਨੇ ਸੱਦਿਆ ਤੇ ਉਹ 7 ਰਿਆਲ ਚੱਲਦੇ ਸੀ ਉਦੋਂ। 7 ਰਿਆਲ ਦਾ ਸਾਨੂੰ ਗੈਸ ਸਿਲੰਡਰ ਮਿਲਦਾ ਸੀ, 15 ਦਾ ਕਰ ਗਿਆ ਆ ਕੇ ਉਹ ਮਨਮੋਹਨ ਸਿੰਘ। ਹੋਰ ਬਹੁਤ ਕੁਝ ਵਧਾ ਘਟਾ ਗਿਆ। ਤੇ ਅਸੀਂ ਉਸ ਟਾਈਮ ਜਾਣੀ 93-94 'ਚ ਜੇ ਅਸੀਂ 10,000 ਇੰਡੀਆ ਭੇਜਦੇ ਸੀ ਨਾ ਮਹੀਨੇ ਦਾ, ਤਾਂ ਸਾਡਾ 7 ਹੀ ਰਹਿ ਗਿਆ। ਉਹਦੇ 'ਚੋਂ 3 ਸਾਡਾ ਹੋਰ ਖਰਚਾ ਹੋਣ ਲੱਗ ਗਿਆ ਸਾਡੇ ਖਾਣ ਪੀਣ ਤੇ। ਸਾਡੀ ਰੋਜੀ 'ਚ ਆ ਕੇ ਲੱਤ ਮਾਰੀ, ਸਾਡੀਆਂ ਤਨਖਾਹਾਂ ਘਟੀਆਂ ਉਦੋਂ। ਉਹ ਮਨਮੋਹਨ ਸਿੰਘ ਦੀ ਮਿਹਰਬਾਨੀ ਸੀ। ਉਸ ਤੋਂ ਬਾਅਦ ਮਨਮੋਹਨ ਸਿੰਘ ਇੱਥੇ ਆਇਆ 2006 ਦੇ ਵਿੱਚ ਮੇਰਾ ਖਿਆਲ ਆ, ਪਤਾ ਨਹੀਂ ਮੈਨੂੰ ਪੱਕਾ ਸ਼ੋਰ ਮੇਰੇ ਯਾਦ ਨਹੀਂ, ਸੌਰੀ ਦੋਸਤੋ ਮੈਂ ਮਾਫੀ ਚਾਹੁੰਦਾ, ਮੇਰੇ ਪੱਕਾ ਯਾਦ ਨਹੀਂ ਹੈ। ਪਤਾ ਇੱਥੇ ਆਇਆ ਸੀਗਾ ਫਰਾਂਸ
ਫਰਾਂਸ ਆ ਕੇ ਉਹ ਇੱਥੇ ਦੀ ਮਿਨਿਸਟਰੀ ਨੂੰ ਆ ਕੇ ਕਹਿੰਦਾ ਕਿ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਹੁਤ ਚੜ੍ਹਦੀ ਕਲਾ, ਨੌਕਰੀਆਂ ਦਾ ਕੋਈ ਘਾਟਾ ਨਹੀਂ ਤੇ ਕੋਈ ਉੱਥੇ ਗੜਬੜ ਨਹੀਂ ਹੈ, ਕੋਈ ਉੱਥੇ ਆਤੰਕਵਾਦ ਨਹੀਂ ਹੈ, ਕੋਈ ਉੱਥੇ ਖਤਰਾ ਨਹੀਂ ਹੈ ਕਿਸੇ ਨੂੰ। ਇਸ ਕਰਕੇ ਸਾਡਾ ਕੋਈ ਪੰਜਾਬੀ ਸਿਆਸੀ ਪਨਾਹ ਮੰਗੇ ਤਾਂ ਤੁਸੀਂ ਕਿਸੇ ਨੂੰ ਸਿਆਸੀ ਪਨਾਹ ਨਹੀਂ ਦੇਣੀ, ਸਾਡੇ ਸਾਰਾ ਕੁਝ ਬਿਲਕੁਲ ਕਲੀਅਰ ਹੈ। ਤੇ ਸਾਡੇ ਲੋਕਾਂ ਨੂੰ ਉਦੋਂ ਬਾਅਦ ਫਰਾਂਸ ਦੇ ਵਿੱਚ ਜਿੱਥੇ ਲੋਕਾਂ ਦੇ ਕੁਝ ਚਲੋ ਪੇਪਰ ਜਮ੍ਹਾਂ ਹੋ ਜਾਂਦੇ ਸੀ, ਕੋਈ ਪੋਲੀਟੀਕਲ ਬੇਸ ਤੇ ਪੇਪਰ ਜਮ੍ਹਾਂ ਹੋ ਜਾਂਦੇ ਸੀ, ਉਹਨਾਂ ਨੂੰ ਥੋੜਾ ਬਹੁਤ ਖਾਣ ਪੀਣ ਨੂੰ ਮਿਲ ਜਾਂਦਾ ਸੀ, ਕੁਛ ਉਹ ਕੱਢ ਲੈਂਦੇ ਸੀ, ਕੁਛ ਆਪਣੀ ਫੈਮਿਲੀ ਨੂੰ ਭੇਜ ਦਿੰਦੇ ਸੀ, ਕੁਛ ਉਸ ਤੋਂ ਬਾਅਦ ਉਹਨਾਂ ਨੇ ਸਭ ਕੁਝ ਬੰਦ ਕਰਤਾ ਫਰਾਂਸ ਵਾਲਿਆਂ ਨੇ। ਇੰਡੀਆ ਦੇ ਪੰਜਾਬੀ ਨੂੰ ਉਹ ਕੋਈ ਵੀ ਪੋਲੀਟੀਕਲ ਸਟੇ ਨਹੀਂ ਦਿੰਦੇ। ਉਹ ਪ੍ਰਧਾਨ ਮੰਤਰੀ ਦੀ ਮਿਹਰਬਾਨੀ ਹੋਈ ਮਨਮੋਹਨ ਸਿੰਘ ਦੀ, ਪਾਕਿਸਤਾਨੀਆਂ ਨੂੰ, ਬੰਗਾਲੀਆਂ ਨੂੰ, ਹੋਰਾਂ ਨੂੰ ਹਜੇ ਵੀ ਮਿਲਦੀ ਆ ਸ਼ੈਲਮ ਉਤੇ ਫਰਾਂਸ ਦੇ ਵਿੱਚ, ਲੇਕਿਨ ਪੰਜਾਬੀ ਨੂੰ ਨਹੀਂ ਮਿਲਦੀ। ਨਾ ਪੋਲੀਟੀਕਲ ਸਟੇ ਮਿਲਦੀ ਹੈ, ਨਾ ਉਹਦਾ ਕੋਈ ਪੈਸਾ ਮਿਲਦਾ, ਨਾ ਕੁਝ ਹੋਰ ਮਿਲਦਾ। ਉਹ ਤੁਹਾਡੀ ਮਿਹਰਬਾਨੀ ਇੰਡੀਆ ਦੇ ਮਿਨਿਸਟਰਾਂ ਦੀ। ਤੇ ਉਸ ਤੋਂ ਬਾਅਦ ਹੁਣ ਤੁਸੀਂ ਆਹ ਨਵਾਂ ਸੱਪ ਕੱਢਤਾ ਹੈ। ਤੁਹਾਨੂੰ ਪਹਿਲਾਂ ਪਤਾ ਸੀ ਇਹ ਗੱਲਾਂ ਦਾ, ਤੁਹਾਨੂੰ ਪਹਿਲਾਂ ਪਤਾ ਸੀ, ਤੇਰੇ ਕੇਸਰੀਵਾਲ ਨੂੰ ਵੀ ਭਗਵੰਤ ਮਾਨ ਸਾਹਿਬ ਪਤਾ ਸੀ ਕਿ 2006 ਦਾ ਕੇਸ ਲੱਗਿਆ ਹੋਇਆ MP ਦਾ ਸੁਪਰੀਮ ਕੋਰਟ ਦੇ ਵਿੱਚ। ਉਹਦਾ ਭਲੀ ਭਾਂਤ ਕੇਸਰੀਵਾਲ ਨੂੰ ਪਤਾ ਸੀ ਔਰ ਤੈਨੂੰ ਵੀ ਪਤਾ ਸੀ ਕਿ ਜਿਹੜੇ 35,000 ਮੁਲਾਜ਼ਮ ਤੂੰ ਆ ਕੇ ਬੋਲਤਾ ਕਿ ਪੱਕੇ ਅਸੀਂ ਕਰ ਦਿਆਂਗੇ, ਉਹ ਪੱਕੇ ਨਹੀਂ ਹੋ ਸਕਦੇ। ਇਹ ਤੁਹਾਨੂੰ ਪਤਾ ਸੀ, ਜੁਮਲਾ ਸੀ। ਅਸੀਂ ਅੱਜ ਤੱਕ ਮੋਦੀ ਉਹਨਾਂ ਨੂੰ ਕਹਿੰਦੇ ਰਹੇ ਨਾ ਜੁਮਲੇ, ਤੁਸੀਂ ਤਾਂ ਉਹਨਾਂ ਤੋਂ ਗਾਂਹ ਲਾਂਗੇ, ਤੁਸੀਂ ਸੁੱਖੇ ਤੋਂ ਵੀ ਗਾਂਹ ਲਾਂਗੇ, ਬਹੁਤ ਦਰਜੇ ਉੱਪਰ ਚਲੇ ਗਏ, ਸਮਝੇ। ਤੇ ਤੁਹਾਨੂੰ ਪਤਾ ਸੀ ਉਹ 35,000 ਪੱਕੇ ਨਹੀਂ ਹੋਣੇ, ਕਿਉਂਕਿ ਆਲਰੇਡੀ 2006 ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਸ ਚੀਜ਼ ਬਾਰੇ। ਜਦੋਂ ਸਾਡੇ ਵਰਗੇ ਅਨਪੜ੍ਹ ਦੇਸ਼ੀ ਬੰਦਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ, ਤਾਂ ਤੁਸੀਂ ਤਾਂ ਪੋਲੀਟੀਕਲ ਹੋ, ਤੁਸੀਂ ਤਾਂ ਵਿੱਚੋਂ ਉਸ ਚੀਜ਼ ਦੇ, ਤੁਹਾਨੂੰ ਕਿਵੇਂ ਨਹੀਂ ਪਤਾ ਕਿ 2006 ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਤੁਸੀਂ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਉਹ ਐਲਾਨ ਕਰਤਾ ਕਿ 35,000 ਅਸੀਂ ਪੱਕੇ ਕਰਾਂਗੇ। ਤੇ ਦੂਸਰੀ ਗੱਲ ਇਹ, ਹੁਣ ਮੈਨੂੰ ਦੱਸੋ ਤੁਸੀਂ 25,000 ਦੇ ਵਿੱਚੋਂ ਕਿੰਨੀਆਂ ਨੌਕਰੀਆਂ ਦੇਤੀਆਂ? ਜਿਹੜਾ ਤੁਸੀਂ ਐਲਾਨ ਕਰਤਾ ਕਿ 25,000 ਅਸੀਂ ਨੌਕਰੀ ਦੇਵਾਂਗੇ, ਕਿੰਨੀਆਂ ਦੇਤੀਆਂ? ਭੇਜੋਗੇ ਲਿਸਟ? ਔਰ ਜੇ ਕਿਸੇ ਨੂੰ ਦਿੱਤੀਆਂ ਵੀ ਹੋਣਗੀਆਂ, ਉਹ ਹਿਮਾਚਲ ਵਾਲੇ ਨੂੰ ਜਾਂ ਕਿਸੇ ਯੂਪੀ ਵਾਲੇ ਨੂੰ ਦਿੱਤੀ ਹੋਊਗੀ। ਕਿ ਤੁਸੀਂ ਜਿਹੜੇ ਲੱਖੇ ਸਿਧਾਣੇ ਨੇ ਤੁਹਾਡੇ ਮੂਹਰੇ ਡਿਮਾਂਡ ਰੱਖੀ ਸੀ ਅੱਜ ਤੋਂ 6 ਮਹੀਨੇ ਪਹਿਲਾਂ ਕਿ 300 ਬੰਦਾ ਪੁਲਿਸ ਦੇ ਵਿੱਚ ਬਾਹਰਲਾ ਭਰਤੀ ਹੋਇਆ ਵਾ, ਤੁਸੀਂ ਉਹਨਾਂ ਨੂੰ ਕੱਢਿਆ। ਜਿਹੜੇ ਬੰਦੇ ਨੂੰ ਤੁਸੀਂ ਕਹਿ ਰਹੇ ਸੀ ਕਿ ਮੇਰੇ ਮੂੰਹ ਚੋਂ ਹੁਣ ਕੁਝ ਹੋਰ ਨਿਕਲਣ ਲੱਗਿਆ ਸੀ, ਤੁਸੀਂ ਇਹੋ ਜਿਹਾ ਬਿਆਨ ਦਿੱਤਾ ਸੀ, ਉਹ DSP ਜੀ ਨੇ ਉਹਦੇ ਜਦੋਂ ਇਹ ਆਪਣਾ ਇਹ ਪੁਰਾਣਾ ਮੁੱਖ ਮੰਤਰੀ ਕਿਹੜਾ ਹੁਣ ਰਿਹਾ ਯਾਰ, ਤੇ ਇਹ ਗਿਆ ਸੀ ਮਾਨਸਾ, ਉੱਥੇ ਇਹਨਾਂ ਦੇ ਟੀਚਰਾਂ ਦੇ ਡੰਡੇ ਮਾਰੇ ਸੀ, ਬੁਰਾ ਹਾਲ, ਉਹਨਾਂ ਨੂੰ ਬੱਸ ਦੇ ਵਿੱਚ ਬੈਠਿਆਂ ਨੂੰ ਹੁੱਜਾਂ ਮਾਰੀਆਂ ਸੀ। ਏਦਾਂ ਤੁਹਾਡਾ ਇਹੋ ਜਿਹਾ ਬਿਆਨ ਆਇਆ ਸੀ ਕਿ ਸਾਨੂੰ ਫਖਰ ਹੋਇਆ ਸੀ ਕਿ ਹਾਂ ਜੀ ਸਾਡਾ ਕੋਈ ਬੰਦਾ ਹੈਗਾ ਜਿਹੜਾ ਇਸ ਵਿਸ਼ੇ ਤੇ ਬੋਲ ਰਿਹਾ। ਇਸ ਟਾਈਮ ਤੁਸੀਂ ਕਹਿੰਦੇ ਸੀ ਇਹੋ ਜਿਹੇ ਬੰਦੇ ਨੂੰ ਤਾਂ ਨੌਕਰੀ ਕਰਨ ਦਾ ਹੱਕ ਹੀ ਕੋਈ ਨਹੀਂ, ਇਹੋ ਜਿਹੇ ਬੰਦੇ ਨੂੰ ਤਾਂ ਘਰ ਵੀ ਨਹੀਂ ਭੇਜਣਾ ਚਾਹੀਦਾ, ਇਹੋ ਜਿਹੇ ਬੰਦੇ ਨੂੰ ਤਾਂ ਜੇਲ੍ਹ ਭੇਜ ਦੇਣਾ ਚਾਹੀਦਾ। ਇਹ ਤੁਹਾਡਾ ਬਿਆਨ ਸੀ ਭਗਵੰਤ ਮਾਨ ਸਾਹਿਬ ਉਸ ਟਾਈਮ ਕਿ ਇਹੋ ਜਿਹੇ ਬੰਦੇ ਨੂੰ ਤਾਂ ਨੌਕਰੀ ਤਾਂ ਕੀ, ਇਹੋ ਜਿਹੇ ਬੰਦੇ ਨੂੰ ਤਾਂ ਘਰ ਵੀ ਨਹੀਂ ਭੇਜਣਾ ਚਾਹੀਦਾ, ਇਹੋ ਜਿਹੇ ਨੂੰ ਤਾਂ ਸਿੱਧਾ ਜੇਲ੍ਹ ਭੇਜ ਦੇਣਾ ਚਾਹੀਦਾ। ਇਹ ਤੁਹਾਡੀ ਜ਼ੁਬਾਨ ਆ ਭਗਵੰਤ ਮਾਨ ਸਾਹਿਬ। ਹੁਣ ਉਹੀ ਬੰਦਾ ਤੁਹਾਡੀ ਸਿਕਿਉਰਿਟੀ 'ਚ ਲੱਗਿਆ ਹੋਇਆ, ਕੀ ਕਹੋਗੇ? ਕੋਈ ਜਵਾਬ ਹੈ? ਭੇਡਾਂ ਨੂੰ ਵੀ ਪੁੱਛਦਾ, ਭੇਡੋ ਕੋਈ ਜਵਾਬ ਹੈ? ਜੇ ਕਿਸੇ ਭੇਡ ਕੋਲੇ ਇਹ ਚੀਜ਼ ਦਾ ਕੋਈ ਜਵਾਬ ਹੋਵੇ ਤਾਂ ਮੈਨੂੰ ਜ਼ਰੂਰ ਦੇਵੇ। ਤੇ ਤੀਸਰੀ ਗੱਲ ਇਹ ਕਿ ਦੁਨੀਆ ਦੇ ਇਤਿਹਾਸ 'ਚ, ਪੂਰੀ ਦੁਨੀਆ ਦੇ ਇਤਿਹਾਸ 'ਚ ਔਰ ਸਾਡੇ ਇੰਡੀਆ ਦੇ ਇਤਿਹਾਸ 'ਚ ਆ ਸਿੰਘੋ ਜਿਹੜੀ ਮੈਂ ਗੱਲ ਕਹਿਣ ਲੱਗਾ ਇਹ ਬਹੁਤ ਖਤਰਨਾਕ ਗੱਲ ਹੈ, ਬਹੁਤ ਹੀ ਖਤਰਨਾਕ। ਤੇ ਇਹ ਗੱਲ ਨੂੰ ਤੁਸੀਂ ਬਹਿ ਕੇ ਆਰਾਮ ਨਾਲ ਸੋਚ ਕੇ ਵਿਚਾਰ ਕੇ ਸੁਣ ਕੇ
ਵਿਚਾਰਿਓ ਜ਼ਰੂਰ ਇਸ ਗੱਲ ਤੇ। ਜਿਹੜਾ ਸਾਡਾ ਰਾਜਪਾਲ ਲਾਇਆ ਪੁਰੋਹਿਤ, ਉਹ ਆਰਐਸਐਸ ਦਾ ਖਾਸ ਬੰਦਾ ਹੈ, ਬਿਲਕੁਲ ਖਾਸ। ਜਿੰਨੇ ਪ੍ਰੂਫ ਚਾਹੀਦੇ ਨੇ, ਜਿੰਨੇ ਵੀ, ਇੱਕ ਨਹੀਂ, ਜਿੰਨੇ ਤੁਹਾਨੂੰ ਚਾਹੀਦੇ ਨੇ 100 200 400 ਮੈਂ ਸਾਰੇ ਦੇ ਦਿੰਦਾ ਤੁਹਾਨੂੰ। ਉਹਦੀ ਸਾਰੀ ਜਨਮ ਕੁੰਡਲੀ ਖੋਲ ਕੇ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਪੁਰੋਹਿਤ ਦੀ। ਜੇ ਤੁਸੀਂ ਕਹਿੰਦੇ ਹੋ ਭੇਡੋ, ਖਾਸ ਕਰਕੇ ਭੇਡਾਂ ਨੂੰ ਇਹ ਤੇ ਬਰਬਾਦ ਹੋ ਰਿਹਾ ਤੁਹਾਡਾ ਪੰਜਾਬ, ਬਹੁਤ ਖਤਰਨਾਕ ਸਟੇਜ ਤੇ ਖੜੇ ਹੋ ਤੁਸੀਂ ਕਹਿੰਦੇ ਹੁੰਦੇ ਆ ਨਾ ਕਿ ਧਰਤੀ ਫਟ ਗਈ, ਅੱਜ ਫਟਣ ਵਾਲਾ ਹੁਣ ਤੁਹਾਡਾ ਪੰਜਾਬ। ਤੁਸੀਂ ਸੌਖੇ ਨਹੀਂ ਹੈਗੇ। ਜੇ ਤੁਸੀਂ ਕਹੋ, ਤੁਸੀਂ ਸੋਚਦੇ ਹੋ ਵੀ ਪਤਾ ਨਹੀਂ ਚੱਲ ਹੋਊ ਕਹਿ ਕੇ ਛੱਡ ਦਿੰਦੇ ਹੋ। ਮੈਂ ਵੀ ਪਿਛਲੇ ਹਫ਼ਤੇ ਚੱਲ ਗਿਆ ਸੀ, ਬੁਲਾ ਲਿਆ ਸੀ ਮਹਾਰਾਜ ਨੇ, ਬੰਦੇ ਦਾ ਕੋਈ ਪਤਾ ਨਹੀਂ ਇੱਥੇ। ਮੇਰੇ ਦਿਲ ਤੇ ਦਰਦ ਹੋਇਆ, ਮੈਂ ਕਿਹਾ ਚੱਲ ਹੋਊ। ਅਸੀਂ ਚੱਲ ਹੋਊ ਤੇ ਛੱਡਣ ਵਾਲੇ ਲੋਕ ਆ। ਉਹ ਚੱਲ ਹੋਊ ਤੇ ਮੈਂ ਇਹੋ ਜਿਹਾ ਛੱਡਿਆ। ਮੈਂ ਕੰਮ ਤੇ ਬੈਠਾ ਸੀਗਾ, ਉਹ ਵੱਧ ਗਿਆ, ਮੈਂ ਦਿਲ ਫੜ ਕੇ ਬਹਿ ਗਿਆ। ਤੇ ਸਾਡਾ ਮੈਨੇਜਰ ਆਇਆ, ਉਹ ਕਹਿੰਦਾ ਰਾਜ ਕੀ ਗੱਲ ਹੋਈ ਆ? ਮੈਂ ਕਿਹਾ ਮੇਰੇ ਹਾਰਟ ਤੇ ਬਹੁਤ ਦਰਦ ਹੋ ਰਿਹਾ। ਉਹਨੇ ਉਸੇ ਟਾਈਮ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਚੱਕ ਕੇ ਲੈ ਗਈ। ਉਹ ਡਾਕਟਰ ਨੇ ਮੈਨੂੰ ਬਹੁਤ ਦੁਰ ਫਿੱਟੇ ਨੂੰ ਕਿਹਾ, ਕਹਿੰਦਾ ਤੂੰ ਜਦੋਂ ਤੇਰੇ ਪੇਨ ਪਹਿਲਾਂ ਹੋਇਆ ਸੀ ਤੂੰ ਕਿਉਂ ਨਹੀਂ ਆਪਣੇ ਮੈਨੇਜਰ ਨੂੰ ਦੱਸਿਆ? ਕਹਿੰਦਾ ਤੇਰੀ ਹਾਲਤ ਤੈਨੂੰ ਪਤਾ। ਤੇ 2 ਦਿਨ ਮੈਨੂੰ ਹਸਪੀਟਲ ਦੇ ਵਿੱਚ ਰੱਖਿਆ, 15 ਦਿਨ ਦੀ ਲੀਵ ਦਿੱਤੀ, ਮੈਡੀਕਲ ਲੀਵ। ਤੇ ਕੱਲ ਮੈਂ ਪਹਿਲੇ ਦਿਨ ਕੰਮ ਤੇ ਗਿਆ, ਜਾਂ ਹੁਣ ਚੱਲਿਆ ਮੈਂ 9 ਵਜੇ ਮੈਂ ਜਾਣਾ ਹੁਣ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਜਿਹੜਾ ਤੁਹਾਡਾ ਪੁਰੋਹਿਤ ਆ, ਉਹ ਆਰਐਸਐਸ ਦਾ ਖਾਸ ਬੰਦਾ ਹੈ। ਤੁਸੀਂ ਦੁਨੀਆ ਨੂੰ ਚਲੋ ਛੱਡ ਦਿਓ, ਪਾਸੇ ਕਰ ਦਿਓ, ਦੁਨੀਆ ਨੂੰ ਛੱਡ ਦਿਓ, ਪਾਸੇ ਕਰ ਦਿਓ। ਇੰਡੀਆ ਦੇ ਪੰਜਾਬ ਨੂੰ ਵੀ ਛੱਡ ਦਿਓ। ਇੰਡੀਆ ਦੇ ਇਤਿਹਾਸ ਦੇ ਵਿੱਚ ਪੰਜਾਬ ਨੂੰ ਵੀ ਛੱਡ ਦਿਓ। ਤੁਸੀਂ ਇੰਡੀਆ ਦੇ ਇਤਿਹਾਸ ਦੇ ਵਿੱਚ ਤੁਸੀਂ ਕੋਈ ਅੱਜ ਤੱਕ 70 ਸਾਲਾਂ 'ਚ 75 ਸਾਲਾਂ 'ਚ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਤੁਸੀਂ ਕੋਈ ਦੇਖਿਆ ਕਿ ਰਾਜਪਾਲ ਮੁਆਇਨਾ ਕਰਦਾ ਹੋਵੇ, ਸਿਕਿਉਰਿਟੀ ਦੀ ਮੀਟਿੰਗ ਲੈਂਦਾ ਹੋਵੇ? ਜੇ ਕਿਸੇ ਭੇਡ ਨੂੰ ਇਸ ਗੱਲ ਦਾ ਜਵਾਬ ਪਤਾ ਹੋਵੇ ਤਾਂ ਮੈਨੂੰ ਜ਼ਰੂਰ ਦਵੇ। ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਉਹ ਜਨਤਾ ਪਾਰਟੀ ਦੀ ਸਰਕਾਰ ਸੀ, ਚਾਹੇ ਉਹ ਅਕਾਲੀਆਂ ਦੀ ਸਰਕਾਰ ਸੀ, ਚਾਹੇ ਉਹ ਕਿਸੇ ਦੂਜੇ ਤੀਜੇ ਚੌਥੇ ਦੀ ਸਰਕਾਰ ਸੀ। ਮੈਂ ਕਿਸੇ, ਮੇਰਾ ਕੋਈ ਕੁਛ ਨਹੀਂ ਲੱਗਦਾ, ਨਾ ਕੋਈ ਅਕਾਲੀ, ਨਾ ਕਾਂਗਰਸੀ, ਨਾ ਕੋਈ। ਅਸੀਂ ਤਾਂ ਆਪਣੇ ਸਿੱਖ ਰਾਜ ਦੀ ਗੱਲ ਕਰਦੇ ਹਾਂ, ਸਿੱਧੀ ਸਾਫ਼ ਗੱਲ ਆ। ਜਦ ਤੱਕ ਸਾਡੇ ਕੋਲੇ ਸਾਡਾ ਸਿੱਖ ਰਾਜ ਨਹੀਂ, ਸਾਡੇ ਵਾਸਤੇ ਕੁਛ ਨਹੀਂ ਹੈ। ਅਸੀਂ ਜ਼ੀਰੋ ਆ, ਸਾਡਾ ਕੁਛ ਨਹੀਂ ਹੋ ਸਕਦਾ ਜਦ ਤੱਕ ਸਾਡਾ ਰਾਜ ਸਾਡੇ ਕੋਲੇ ਨਹੀਂ ਆਉਂਦਾ। ਮੈਂ ਤਾਂ ਸਪਸ਼ਟ ਇਹ ਗੱਲ ਕਹਿਣਾ, ਮੈਂ ਕਿਸੇ ਪਾਰਟੀ ਦਾ ਸਪੋਰਟਰ ਨਹੀਂ। ਹਾਂ 2017 ਚ ਆਮ ਆਦਮੀ ਪਾਰਟੀ ਦੀ ਥੋੜੀ ਸਪੋਰਟ ਕੀਤੀ ਸੀ, ਸੋਚਿਆ ਸੀ ਕੁਛ ਕਰਨਗੇ, ਪਰ ਲੇਕਿਨ ਇਹ ਤਾਂ ਇਹਨਾਂ ਦੇ ਵੀ ਪਿਓ ਕੀ ਦਾਦੇ ਨਿਕਲੇ, ਜਿੰਨਾ ਕੁ ਸਮਾਂ ਇਹਨਾਂ ਨੂੰ ਹੋ ਗਿਆ। ਤੇ ਹੁਣ ਇਹਨਾਂ ਨੇ ਜਿੰਨੇ ਤੁਹਾਡੇ ਸਰਹੱਦੀ ਜ਼ਿਲ੍ਹੇ ਨੇ, ਤੁਸੀਂ ਇਹ ਚੀਜ਼ ਨੂੰ ਸੋਚੋ ਪੰਜਾਬੀਓ। ਆ ਜਿਹੜਾ ਦਿੱਤਾ ਰੱਬ ਨੇ, ਇਹ ਵਰਤਣ ਵਾਸਤੇ ਦਿੱਤਾ ਹੈ। ਇਹ ਫੋਕੇ ਕਮੈਂਟ ਕਰਨ ਵਾਸਤੇ ਨਹੀਂ ਦਿੱਤਾ ਕਿ ਮੈਂ ਕੁਝ ਬੋਲਤਾ ਤੁਸੀਂ ਹਾਂ ਜੀ ਭਾਜੀ ਕਮੈਂਟ ਕਰਤਾ। ਇਹਨੂੰ ਸੋਚੋ ਵਿਚਾਰੋ। ਤੁਹਾਡੇ ਸਾਰੇ ਸਰਹੱਦੀ ਜ਼ਿਲ੍ਹੇ, ਭਗਵੰਤ ਮਾਨ ਦਾ ਕੋਈ ਕੰਟਰੋਲ ਨਹੀਂ ਉੱਥੇ, ਸਾਰੇ ਪੁਰੋਹਿਤ ਨੂੰ ਦੇਤੇ ਨੇ। ਉਹ ਪੁਰੋਹਿਤ ਆਰਐਸਐਸ ਦਾ ਬੰਦਾ, ਸਾਰੀ ਆਰਮੀ ਤੇ ਕੰਟਰੋਲ ਉਹਦਾ ਹੋ ਗਿਆ। ਚੱਕ ਤੁਹਾਡੇ ਫੇਕ ਮੁਕਾਬਲੇ ਹੋਣਗੇ ਹੁਣ। ਹਰ 3 ਮਹੀਨੇ ਬਾਅਦ ਉਹ ਮੀਟਿੰਗ ਲਏਗਾ ਤੁਹਾਡੇ ਇਹਨਾਂ ਦੀ ਆਰਮੀ ਦੇ ਨਾਲ। ਜਿੰਨੇ ਵੀ ਸਰਹੱਦੀ ਜ਼ਿਲ੍ਹੇ ਨੇ, ਫਾਜ਼ਿਲਕਾ ਹੋ ਗਿਆ, ਹੋਰ ਹੋ ਗਿਆ, ਇੱਧਰ ਫਿਰੋਜ਼ਪੁਰ ਵਗੈਰਾ, ਅੰਮ੍ਰਿਤਸਰ, ਇਹ ਏਰੀਆ ਸਾਰਾ, ਬਾਬਾ ਬਕਾਲਾ ਵਗੈਰਾ ਸਾਰਾ। ਡੁੱਬ ਕੇ ਮਰ ਜਾਓ। ਤੇ ਡੁੱਬ ਕੇ ਮਰਨ ਵਾਲੀ ਗੱਲ ਹੈ ਇਹ ਭਗਵੰਤ ਮਾਨ ਬਾਰੇ ਵੀ। ਉਹਦੇ ਨਾਲ ਬੈਠ ਕੇ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ, ਕੱਖ ਨਹੀਂ ਪਤਾ ਭਗਵੰਤ ਮਾਨ ਸਾਹਿਬ, ਤੁਹਾਨੂੰ ਜ਼ੀਰੋ ਹੋ ਤੁਸੀਂ, ਕੱਖ ਨਹੀਂ ਪਤਾ ਤੁਹਾਨੂੰ। ਉਸ ਰਾਜਪਾਲ ਨਾਲ ਬੈਠ ਕੇ ਤੁਸੀਂ ਮੀਟਿੰਗ ਕਰ ਰਹੇ ਹੋ ਔਰ ਤੁਸੀਂ ਬੜਾ ਫਖਰ ਮਹਿਸੂਸ ਕਰ ਰਹੇ ਹੋ ਕਿ ਇਸ ਰਾਜਪਾਲ ਨੂੰ ਫਾਜ਼ਿਲਕਾ ਹੋਰ ਦੇ ਹਰ ਪਿੰਡ ਦੇ ਨਾਂ ਦਾ ਪਤਾ। ਵਾਹ, ਕੀ ਸੋਚਣੀ ਆ ਤੁਹਾਡੀ। ਧੰਨਾ ਬਾਬਿਓ। ਤੁਹਾਨੂੰ ਪਤਾ ਕੀ ਕਰ ਰਿਹਾ ਤੁਹਾਡੇ ਨਾਲ ਸੈਂਟਰ? ਮੈਂ ਸ਼ਰਤ ਲਾ ਕੇ ਕਹਿਣਾ, ਛਾਤੀ ਠੋਕ ਕੇ ਕਹਿਣਾ, ਇਹੀ ਕੋਈ ਵੀ ਰਾਜਪਾਲ, ਇੱਕ ਜਨਾਨੀ ਬੈਠੀ ਹੈ ਬੰਗਾਲ ਦੇ ਵਿੱਚ, ਜਨਾਨੀ ਆ ਉਹ, ਅਸੀਂ ਕਹਿੰਦੇ ਆ ਔਰਤਾਂ ਬਹੁਤ ਥੱਲੇ ਨੇ। ਮੈਂ ਸ਼ਰਤ ਲਾ ਕੇ ਛਾਤੀ ਠੋਕ ਕੇ ਗੱਲ ਕਹਿਣਾ,
जे राजपाल माड़ा जिहा भी दखल दिंदा ਉਹਦੇ ਵਿੱਚ ਕਿਸੇ ਬਾਰਡਰ ਸਟੇਟ ਦੇ ਵਿੱਚ ਜਾਂ ਕਿਸੇ ਵੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਜਾਂ ਕਿਸੇ ਵੀ ਬਾਰਡਰ ਤਹਿਸੀਲ ਦੇ ਵਿੱਚ ਤਾਂ ਉਹਨੇ ਸ਼ੇਰਨੀ ਨੇ ਉਸੇ ਟਾਈਮ ਦਹਾੜ ਮਾਰਨੀ ਸੀ ਮਮਤਾ ਬੈਨਰਜੀ ਨੇ। ਉਹਨੇ ਕਹਿਣਾ ਸੀ ਆਪਣੀ ਕੁਰਸੀ ਤੇ ਜਾ ਕੇ ਬੈਠ, ਅਸੀਂ ਸੰਭਾਲ ਲਾਂਗੇ, ਸਾਡਾ ਤੋਂ ਸੂਬਾ ਹੈ ਤੇ ਤੁਹਾਡੇ ਕੋਲੋਂ ਕੱਖ ਨਹੀਂ ਸਰਿਆ, ਤੁਸੀਂ ਉਲਟਾ ਉਹਦੇ ਨਾਲ ਜਾ ਕੇ ਮੀਟਿੰਗਾਂ ਕਰ ਰਹੇ ਹੋ। ਜੇ ਤੁਹਾਨੂੰ ਨਹੀਂ ਕੁਝ ਪਤਾ ਤਾਂ ਸਾਡੀ ਬੇਨਤੀ ਹੈ, ਕਿਰਪਾ ਕਰਕੇ ਵੱਡੇ ਵੱਡੇ ਇੰਸਪੈਕਟਰ ਵੱਡੇ ਵੱਡੇ ਆਫੀਸਰ ਬੈਠੇ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਦੀ ਕੋਈ ਸਲਾਹ ਲੈ ਲਓ, ਉਹਨਾਂ ਨਾਲ ਬਹਿ ਜਾਓ, ਉਹਨਾਂ ਨਾਲ ਮੀਟਿੰਗ ਕਰ ਲਓ, ਸਮਝ ਲਓ ਕਿ ਕੀ ਹਾਲਾਤ ਨੇ। ਹੁਣ ਇਹ ਸਿੱਧਾ ਦੀ ਸਿੱਧਾ ਬਿਲਕੁਲ ਸਿੱਧਾ ਸਪਸ਼ਟ ਤੌਰ ਤੇ ਸੈਂਟਰ ਦੇ ਅੰਡਰ ਆ ਗਏ ਨੇ ਇੰਨੇ ਡਿਸਟ੍ਰਿਕਟ, ਜਿਨ੍ਹਾਂ ਡਿਸਟ੍ਰਿਕਾਂ ਦੇ ਵਿੱਚ ਤੁਹਾਡਾ ਪੁਰੋਹਿਤ ਮੀਟਿੰਗਾਂ ਕਰੇਗਾ ਔਰ ਉਹ ਆਰਐਸਐਸ ਦਾ ਖਾਸ ਬੰਦਾ ਹੈ। ਹੁਣ ਤੁਹਾਡਾ ਕੰਟਰੋਲ ਕੰਪਲੀਟ ਆਰਐਸਐਸ ਦੇ ਅੰਡਰ ਆ, ਤੁਹਾਡੇ ਅੰਡਰ ਨਹੀਂ ਹੈ। ਮਾਨ ਸਾਹਿਬ ਤੇ ਦੂਸਰੀ ਗੱਲ, ਕੱਲ ਕੇਜਰੀਵਾਲ ਨੇ ਇੱਕ ਮੀਟਿੰਗ ਸੱਦੀ ਹੈ। ਅੱਜ ਤੱਕ 70 ਸਾਲਾਂ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਹੋਵੇ, ਚਾਹੇ ਦੂਜਾ ਤੀਜਾ ਥਨ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਕੋਈ ਅੱਜ ਤੱਕ ਤੁਸੀਂ 70-75 ਸਾਲ ਦੇ ਇਤਿਹਾਸ ਦੇ ਵਿੱਚ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਅਸੀਂ ਤਾਂ ਗੁਲਾਮ ਆ, ਚਲੋ ਅਸੀਂ ਤਾਂ ਆਜ਼ਾਦ ਨਹੀਂ ਹੋਏ, ਨਾ ਸਾਡਾ ਪੰਜਾਬ ਆਜ਼ਾਦ ਹੋਇਆ, ਲੇਕਿਨ ਜਦੋਂ ਦਾ ਦੇਸ਼ ਆਜ਼ਾਦ ਤੁਹਾਡਾ ਹੋਇਆ ਇੰਡੀਆ ਹੈ, ਤੁਸੀਂ 70-75 ਸਾਲ ਦੇ ਵਿੱਚ ਕਦੇ ਕੋਈ ਦੇਖਿਆ ਕਿ ਕੋਈ ਦਿੱਲੀ ਦਾ ਬੰਦਾ ਪੰਜਾਬ ਦੇ ਅਫਸਰਾਂ ਦੀ ਮੀਟਿੰਗ ਸਾਦਾ ਹੋਵੇ? ਉਹਨੂੰ ਕੀ ਹੱਕ ਹੈ? ਉਹ ਕੌਣ ਹੈ? ਲੱਖ ਦੀ ਲਾਹਨਤ ਉਹਨਾਂ ਅਫਸਰਾਂ ਦੇ ਜਿਹੜੇ ਉਹਦੇ ਕਹੇ ਤੋਂ ਗਏ ਨੇ ਉੱਥੇ ਉਹਦੀ ਮੀਟਿੰਗ ਕਰਨ। ਉਹਨੂੰ ਸਿੱਧਾ ਜਵਾਬ ਦਿੰਦੇ, ਉਹਨੂੰ ਕਹਿੰਦੇ ਤੂੰ ਕੌਣ ਆ ਓਏ? ਪਰ ਸਿੱਧਾ ਜਵਾਬ ਕੌਣ ਦਵੇ? ਕਿਉਂਕਿ ਸਾਰੇ ਬੈਠੇ ਤਾਂ ਦਿੱਲੀ ਵਾਲੇ ਹੀ ਨੇ ਪੰਜਾਬ 'ਚ, ਬੈਠੇ ਤਾਂ ਬਾਹਰਲੇ ਹੀ ਨੇ ਨਾ ਪੰਜਾਬ 'ਚ। ਕੋਈ ਸਮਾਂ ਸੀ ਸਾਡੇ ਹੁੰਦੇ ਸਾਡੀ ਅੱਖੀਂ ਦੇਖਦੇ, ਇਹ ਕੋਈ ਮੈਂ ਸਿੱਖ ਰਾਜ ਦੀ ਗੱਲ ਨਹੀਂ ਕਰ ਰਿਹਾ, ਮੈਂ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਨਹੀਂ ਕਰ ਰਿਹਾ, ਸਾਡੇ ਹੀ ਰਾਜ ਦੀ ਹੁਣ ਦੀ ਗੱਲ ਕਰ ਰਿਹਾ, 75-80 ਦੀ 85 ਦੀ। ਤੇ ਸ਼ਿਮਲੇ ਦਾ ਡੀਸੀ ਹੁੰਦਾ ਸੀਗਾ ਸਰਦਾਰ, ਜੀਂਦ ਦਾ ਡੀਸੀ ਹੁੰਦਾ ਸੀ ਸਰਦਾਰ, ਤੇ ਹਰ ਡਿਸਟ੍ਰਿਕਟ ਦਾ ਡੀਸੀ ਹੁੰਦਾ ਸੀ ਸਰਦਾਰ, ਹਰਿਆਣੇ 'ਚ ਸਰਦਾਰ ਡੀਸੀ ਹੁੰਦਾ ਸੀ। ਤੇ ਹੁਣ ਤੁਹਾਡੇ ਕੋਲੇ ਕੋਈ ਹੈਗਾ ਕੋਈ ਇਦਾਂ ਦਾ ਵਰਕਰ ਪੰਜਾਬ ਦੇ ਵਿੱਚ ਜਿਹੜਾ ਕੋਈ ਤੁਹਾਡਾ ਆਫੀਸਰ ਜਾਂ ਕੋਈ ਤੁਹਾਡਾ ਮੇਨ ਜਿਹੜਾ ਕੋਈ ਸਰਦਾਰ ਹੋਵੇ? ਜਿੱਦੇ ਤੁਸੀਂ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਹੈ, ਜੋਗਿੰਦਰ ਗਰਾਹਾਂ ਵੀ ਬੈਠਾ, ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਤੁਹਾਨੂੰ ਮਿਲਣ ਮੀਟਿੰਗ ਵਾਸਤੇ ਆਈਆਂ ਨੇ, ਇੱਕ ਲਾਈਨ ਦੇ ਵਿੱਚ ਸਾਰੇ ਉਹ ਬੈਠੇ ਨੇ, ਇੱਥੇ ਏਦਾਂ ਤੂੰ ਬੈਠਾ ਤੇ ਇੱਧਰਲੇ ਪਾਸੇ ਸਾਰੇ ਹੀ ਦਿੱਲੀ ਵਾਲੇ ਬੈਠੇ ਆ। ਉਹਨਾਂ ਦੇ ਵਿੱਚ ਕੋਈ ਸਰਦਾਰ ਸੀਗਾ? ਉਹਨਾਂ ਦੇ ਵਿੱਚ ਸੀਗਾ ਕੋਈ ਇਹੋ ਜਿਹਾ ਜਿਹੜਾ ਕੋਈ ਪੰਜਾਬ ਦੀ ਰਗ ਰਗ ਤੋਂ ਜਾਣੂ ਹੋਵੇ? ਫਿਰ ਸਾਨੂੰ ਪੰਜਾਬੀਆਂ ਨੂੰ ਜਿਹੜੀਆਂ ਖਾਸ ਕਰਕੇ ਭੇਡਾਂ ਨੇ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਹੈ? ਇਹ ਸੋਚਣ ਵਾਲੀਆਂ ਗੱਲਾਂ ਨੇ ਪੰਜਾਬੀਓ, ਜਿਹੜੀਆਂ ਗੱਲਾਂ ਗੌਰ ਕਰਨ ਵਾਲੀਆਂ ਨੇ ਉਹ ਗੱਲਾਂ ਤੁਸੀਂ ਗੌਰ ਨਹੀਂ ਕਰਦੇ, ਜਿਹੜੀਆਂ ਗੱਲਾਂ ਸੋਚਣ ਵਾਲੀਆਂ ਨੇ ਉਹ ਤੁਸੀਂ ਸੋਚਦੇ ਨਹੀਂ। ਤੇ ਬਗੈਰ ਮਤਲਬ ਤੋਂ ਚੱਕਿਆ ਕਮੈਂਟ ਕਰਤਾ, ਕੋਈ ਵੀ ਗੱਲ ਹੋਵੇ ਉਹਦੀ ਪੂਰੀ ਘੋਖ ਪੜਤਾਲ ਕਰੋ। ਕੋਈ ਪੋਸਟ ਦੇਖੋ ਫੇਸਬੁੱਕ ਤੇ ਇੰਸਟਾਗ੍ਰਾਮ ਤੇ, ਕੋਈ ਪੋਸਟ ਦੇਖੋ, ਉਹ ਪੋਸਟ ਨੂੰ ਪੜੋ ਆਰਾਮ ਨਾਲ, ਮਗਰੋਂ ਉਹਦੀ ਘੋਖ ਕਰੋ, ਘੋਖ ਕਰਨ ਤੋਂ ਬਾਅਦ ਉਹਦੀ ਜਾਣਕਾਰੀ ਲੈਣ ਤੋਂ ਬਾਅਦ ਫੇਰ ਕੋਈ ਕਮੈਂਟ ਕਰੋ। ਚੱਕਿਆ ਮੈਂ ਬੋਲ ਪਿਆ, ਮੇਰੇ ਵਰਗਾ ਕੁੱਤਾ ਕੋਈ ਭੌਂਕਿਆ ਤੇ ਚੁੱਪ ਕਰਕੇ ਠਾ ਕਰਕੇ ਤੁਸੀਂ ਆ ਕੇ ਉਹ ਦੇਤਾ ਕਮੈਂਟ ਚੱਕ ਕੇ ਮਾਰਤਾ ਜੀ। ਜਿਹੜੀ ਮੈਂ ਗੱਲ ਕਹੀ ਆ ਉਹਦੇ ਬਾਰੇ ਤੁਸੀਂ ਨਾ ਕੋਈ ਘੋਖ ਪੜਤਾਲ ਕੀਤੀ, ਨਾ ਕੁਛ ਸੋਚਿਆ, ਨਾ ਕੋਈ ਵੀ ਮੈਂ ਸਹੀ ਭੌਂਕ ਰਿਹਾ ਜਾਂ ਗਲਤ ਭੌਂਕ ਰਿਹਾ, ਮੇਰੀ ਕੋਈ ਨਾ ਕੋਈ ਇਨਕੁਆਇਰੀ ਤੁਸੀਂ ਕੀਤੀ, ਨਾ ਤੁਸੀਂ ਕੋਈ ਜੋ ਗੱਲਾਂ ਮੈਂ ਕਹਿ ਰਿਹਾ ਉਹਨਾਂ ਬਾਰੇ ਪੜ੍ਹਿਆ, ਨਾ ਉਹਨਾਂ ਬਾਰੇ ਜਾਣਿਆ, ਚੱਕਿਆ ਕਮੈਂਟ ਕਰਤਾ ਠਾ ਚੱਲ ਓਏ। ਇਹ ਕੰਮ ਨੂੰ ਛੱਡੋ। ਸਾਡੇ ਖਾਸ ਕਰਕੇ ਸਿੱਖਾਂ ਦੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਗੜਬੜੀ ਸੋਸ਼ਲ ਮੀਡੀਆ ਨੇ ਕੀਤੀ ਹੋਈ ਆ। ਕਮੈਂਟਾਂ ਨੇ ਸੋਸ਼ਲ ਮੀਡੀਆ ਵਿਗਾੜ ਪਾਉਂਦਾ ਜਿੰਨਾ ਪਾਉਂਦਾ, ਕਿਉਂਕਿ ਤੁਸੀਂ ਸੋਚਦੇ ਹੀ ਕੁਛ ਨਹੀਂ, ਦੇਖਦੇ ਹੀ ਕੁਛ ਨਹੀਂ। ਕੋਈ ਪੋਸਟ ਆਈ ਚੱਕ ਠਾ 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 ਕਮੈਂਟ। ਉਹ ਪੋਸਟ ਤੇ ਪਹਿਲਾਂ ਸੋਚ ਤਾਂ ਲਓ, ਪੋਸਟ ਨੂੰ ਪੜ੍ਹੋ, ਉਹਦੇ ਤੇ ਡਿਸਕਸ ਕਰੋ, ਉਹ ਸੋਚੋ ਕਿੱਥੋਂ ਪੋਸਟ ਪਈ, ਕਿਉਂ ਪਈ, ਕਿਵੇਂ ਪਈ, ਕੀ ਇਹਦਾ ਮਤਲਬ ਆ, ਉਹਦੀ ਸਟੋਰੀ ਜਾਣੋ ਪਹਿਲਾਂ, ਫਿਰ ਉੱਤੇ ਕੋਈ ਕਮੈਂਟ ਕਰੋ ਜੈਸ ਜਾਂ ਨੋ। ਅੱਧਾ ਪੌੜਾ ਤਾਂ ਸਾਡਾ ਸੋਸ਼ਲ ਮੀਡੀਆ ਨੇ ਪਾਇਆ ਹੋਇਆ।
भगवंत मान साहब कुछ सोचो, पंजाबी बनो। मैं थोनों एक दिन पहला भी कहा सी पंजाबी बनो। मैं थोनों ये नहीं कहता कि सिख बनो। जे मैं सिख कहूँगा तो बहुत कुछ उठ खड़ूगा, इत्थे धर्म के मसले आ जाएंगे विच। इस करके मेरी हाथ बन के बेनती है, कल्ले पंजाबी ही बन जाओ। कल तुहाडे मूँह ते उन्होंने, मैं सीधा साफ गल कहना, तुहाडे मूँह ते इहो जी चपेड़ मारी है ना तेरे केसरीवाल ने। ते जे तू मान साहब हुण भी ना सोचा, साडे पल्ले फिर कख नहीं है। एक पंजाब दा मुख मंत्री, वो कौन हुंदा यार? दिल्ली दा मुख मंत्री होवे चाहे साला कोई प्रधानमंत्री होवे, कौन हुंदा पंजाब दे अफसरां दी मीटिंग सदन वाला? और ओहे जे लख दी लाहनत अफसरां दे जेहड़े गए ने ओहदे ओनू सीधा जवाब दिंदे भी तू कौन होए? साडा मुख मंत्री बुलाएगा तो असीं जावांगे, ओहदे नाल मीटिंग करांगे। पर वो कहंदे हुंदे आ राणी कहे कौन अग्गा ढक, पता नहीं है जी कोई बुढ़ियां कहंदियां हुंदियां सीगियां। ते ਉਹ ਗੱਲ ਸਾਡੇ ਨਾਲ ਹੋਈ ਵੀ ਆ, क्योंकि अफसर तो कोई साडा है ही नहीं। अफसर तो सारे बाहरले ने, कोई यूपी का, कोई बिहार का, कोई हरियाणे का, कोई हिमाचल का। उन्होंने तो केसरीवाल के कहे तो भज के जाना, क्योंकि पंजाब नूं बर्बाद करन लगे हुए ने। बहुत गल्लां ने करन वालियां वीरो। मैं हुण काम ते जाना, ते नहीं तो मैं वीडियो घंटा अज भरिया बैठा सी मैं। ते हुण तू तीसरी गल एक होर आ, कोई गल सुनते हुंदे सी, किसी बंदे ने कोई गल सुनाई सी। कल एक मैं पोस्ट देखी, वो पोस्ट ते लिखिया वारस पंजाब दे जथेबंदी वालों किसी सिंह ने, कोई तलविंदर सिंह आ मेरा ख्याल है, उन्हें लिखिया कि पंजाब दे विच जिहड़ी चीज़ दी घाट आ सानूं दस्सिया जावे, असीं ओह पूरी करांगे। असी जिहड़ी चीज़ ज़्यादा पंजाब च जिहड़ी चीज़ की ज़्यादा प्रॉब्लम आ उत्थों असी शुरू करांगे। ज़्यादा प्रॉब्लम बाई जी मैं तुहानूं दस दिना, ज़्यादा प्रॉब्लम ये आ, ज़्यादा प्रॉब्लम जागदियां जमीरां दी आ पंजाब च। होर किसी चीज़ की घाट नहीं पंजाब च, जागदियां जमीरां दी घाट आ। वारस पंजाब दे जथेबंदी वालिओ, ये काम करो ना, इहदे ते कोई पैसा लगे ना कोई तुहानूं फंड भेजना पवे, लोकां दीयां जमीरां जगाओ जिवें दीक्षित जगाउंदा सी। जमीरां दी घाट आ, 90% लोग मरियां जमीरां वाले बैठे ने पंजाब दे विच। जमीर जागदी, और कित्थे चले गए यार? असीं साडी कौम कित्थे चली गई? असीं कौन सी यार? सोचो तो सही, पढ़े लिखे हो तुसीं सारे, सोचो तो सही असीं की सीगे यार? दुनिया दे विच अज तक साडे राज वर्गा राज नहीं होया। असीं गोरियां दे राज कही जाने, असीं इन्हां दीयां नौकरियां भी करदे आ, लेकिन किसी गोरे कोलों, किसी इंग्लैंड अमेरिका असीं ललकार के हिक ठोक के गल कह सकते हैं कि साडे महाराजा रणजीत सिंह वर्गा राज अज तक दुनिया ते राज उहो जिहा होया ही नहीं। गोरे भी मानते आ उस चीज़ नूं। गोरे पार्क बना रहे हैं, इत्थे एक बहुत वड्डी पार्क बनी है महाराजा रणजीत सिंह के नां ते बनाई आ उन्होंने। फ्रांस का एक शहर आ, उहदे विच सारे बुत भी उन्होंने लाए उन्होंने। ते आ पिछले साल इन्होंने सारा कढ़िया डाटा पूरी दुनिया का, सारे राजा जिहड़े सिख जां जिहड़े राजियां दे राज होए ने उन्हां दा सारियां दा डाटा कढ़िया सी। उह डाटे दे विच पहले नंबर ते महाराजा रणजीत सिंह दा राज आ रहा है। ते जरनैलों दे विचों, दुनिया दे जरनैलों दे विचों, जदों राजियां दे राज सी, राजियां दे राज दे दुनिया दे जरनैलों दे विचों सब तो उपर हरी सिंह नलूआ, जच्छा सिंह रावखड़िया, जच्छा सिंह आलूवालिया, उन्हां दे नाम आ रहे ने। उन्हां दे वारसां असीं कित्थे पहुंच गए, असीं किधर नूं जा रहे हैं? असीं सोचो, ये गल्लां सोचण वालियां, जिहड़ी चीज़ सोचण वाली आ तुसीं सोच दूजे पासे नूं चल पैंदे हो। हुण मैं तुहाडे नाल लास्ट गल करदा, सॉरी वीरो, मैं काम ते जाना, मैं भरिया बैठा सी, मेरा काम ते भी नहीं सी दिल लगना, इस करके मैं सोचा थोड़ा जिहा हौला हो जा। ते हुण एक कहानी जी कोई सुणाउंदा हुंदा सीगा सानूं छोटे हुंदिआं नूं कि जिहड़ा गोरा है ਉਹ 6 साल गांह दी सोचदा, जिहड़ा बाणी है ਉਹ 6 महीने गांह दी सोचदा, जिहड़ा जट है ਉਹ 6 महीने लंघिਆਂ ਤੋਂ सोचदा। ਜਦੋਂ 6 महीने लंघ जाण ना
ਉਦੋਂ ਸੋਚਦਾ ਵੀ ਜਦੋਂ ਯਾਰ ਜੇ 6 ਮਹੀਨੇ ਪਹਿਲਾਂ ਆਹ ਕਰ ਲੈਂਦੇ ਤਾਂ ਇਹ ਹੋ ਜਾਣਾ ਸੀ। ਹੈ ਇਹ ਅਸਲੀਅਤ ਆ, ਇਹ ਕੋਈ ਕਹਾਵਤ ਨਹੀਂ ਹੈਗੀ, ਇਹ ਸੱਚਾਈ ਆ। ਤੁਸੀਂ ਉੱਥੇ 700 ਬੰਦਾ ਮਰਵਾ ਲਿਆ, ਅਰਬਾਂ ਰੁਪਈਆ ਲੱਗਿਆ ਉੱਥੇ, ਅਰਬਾਂ। 10-10 20-20 ਹਜ਼ਾਰ ਤਾਂ ਹਰੇਕ ਦੇ ਤੁਹਾਡੇ ਵੀ ਜੇਬ ਚੋਂ ਗਿਆ ਹੋਊਗਾ, ਪਰ ਅਰਬਾਂ ਰੁਪਈਆ ਲੱਗਿਆ। ਅਸੀਂ 16-16 ਘੰਟੇ ਡਿਊਟੀਆਂ ਕੀਤੀਆਂ ਨੇ ਇੱਥੇ। ਅਸੀਂ ਆਪਣੇ ਖਾਣ ਦੇ ਪੈਸੇ ਛੱਡ ਕੇ ਸਾਰੇ ਭੇਜਦੇ ਸੀ ਉੱਥੇ। ਸਾਡੇ ਕੋਲੇ ਪ੍ਰੂਫ ਪਏ ਨੇ, ਸਾਡੇ ਕੋਲੇ ਰਸੀਦਾਂ ਪਈਆਂ ਨੇ, ਉਹ ਵੈਸਟਰਨ ਯੂਨੀਅਨ ਦੀਆਂ ਸਾਰੀਆਂ ਸੰਭਾਲੀਆਂ ਪਈਆਂ, ਫਾਈਲ ਬਣੀ ਪਈ ਆ ਮੇਰੇ ਕੋਲੇ, ਸਮਝੇ। ਅਸੀਂ ਵੀ ਬਰਬਾਦ ਹੋਏ, ਅਸੀਂ ਵੀ ਆਪਣੇ ਆਪ ਨੂੰ ਖਤਮ ਕੀਤਾ। ਖਤਮ ਕਰਨ ਵਾਲੀ ਗੱਲ ਹੀ ਆ ਨਾ। 16-16 ਘੰਟੇ ਡਿਊਟੀ ਕਰਨੀ, ਫਿਰ 2 ਘੰਟੇ ਉਦਾਂ ਲੰਘ ਜਾਂਦੇ, ਆਉਣ ਜਾਣ 18 ਹੋ ਗਏ, ਤੇ 2 ਦੇ ਵੀ 3 ਹੀ ਲੰਘ ਜਾਂਦੇ ਨੇ, ਤੇ 4-4 ਘੰਟੇ ਸੁੱਤੇ ਅਸੀਂ 5-5 ਘੰਟੇ 24 ਘੰਟਿਆਂ ਚ। ਹੈ ਲੱਖ ਕਰੋੜ ਦੀ ਲਾਹਨਤ ਨਹੀਂ ਫਿਰ ਤੁਹਾਨੂੰ। ਤੁਸੀਂ ਉਹਨਾਂ ਅਡਾਨੀਆਂ ਬਾਨੀਆਂ ਦੇ ਮੁੜ ਕੇ ਜਾ ਕੇ ਉੱਥੇ ਵੇਚ ਰਹੇ ਹੋ। ਇੱਕ ਮੈਂ ਤੁਹਾਨੂੰ ਗੱਲ ਦੱਸਦਾ, ਅਸੀਂ ਅੱਖੀਂ ਦੇਖੀ, ਜਿਹੜੀ ਸੁਣੀ ਸੁਣਾਈ ਗੱਲ ਨਹੀਂ ਹੈ, ਅੱਖੀਂ ਦੇਖੀ। ਇੱਥੇ ਵੀ ਖਤਮ ਹੋਇਆ, ਇੱਥੇ ਵੀ ਕਿਸਾਨ ਖਤਮ ਹੋਇਆ, ਚਾਹੇ ਉਹ ਅਮਰੀਕਾ ਹੋਵੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਸਪੇਨ ਹੋਵੇ, ਕੋਈ ਵੀ ਹੋਵੇ, ਇੱਥੇ ਵੀ ਐਗਰੀਕਲਚਰ ਬਹੁਤ ਹੈ। ਇੱਥੇ ਵੀ ਖਤਮ ਹੋਇਆ, ਇੱਥੇ ਵੀ ਕਾਰਪੋਰੇਟਾਂ ਦੇ ਕਬਜ਼ੇ ਹੋਏ ਨੇ। ਲੇਕਿਨ ਇੱਥੇ ਦਾ ਤੇ ਇੰਡੀਆ ਦਾ ਜ਼ਮੀਨ ਅਸਮਾਨ ਤੋਂ ਵੀ ਜ਼ਿਆਦਾ ਫਰਕ ਹੈ। ਇੱਥੇ ਦਾ ਕੰਮ ਇਹ ਆ ਕਿ ਗੌਰਮੈਂਟ ਹਰ ਬੰਦੇ ਨੂੰ ਜਿੰਨੀ ਉਹਦੀ ਪਹੁੰਚ ਆ ਉਨਾ ਕੁਛ ਗੌਰਮੈਂਟ ਇੱਥੇ ਦਿੰਦੀ ਆ, ਚਾਹੇ ਬੰਦਾ ਕੁਛ ਵੀ ਹੋਵੇ। ਅੱਜ ਮੇਰਾ ਕੰਮ ਛੁੱਟ ਜੇ, ਅੱਜ ਮੈਂ ਇੱਥੇ ਲਿਖ ਕੇ ਦੇ ਦਿਆਂ, ਮੈਨੂੰ ਗੌਰਮੈਂਟ ਮੇਰੇ ਜੁੱਤੀ ਤੋਂ ਲੈ ਕੇ ਪੈਰਾਂ ਤੱਕ ਤੇ ਸਾਰਾ ਖਾਣ ਦਾ ਤੇ ਰਹਿਣ ਦਾ ਸਾਰਾ ਕੁਝ ਦਊਗੀ, ਮੈਨੂੰ ਕੋਈ ਪ੍ਰੋਬਲਮ ਹੀ ਹੋਊਗੀ, ਮੈਨੂੰ ਕੋਈ ਖਰਚਾ, ਸਾਰਾ ਕੁਝ। ਲੇਕਿਨ ਇੰਡੀਆ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਚਲੀਆਂ ਗਈਆਂ ਤੇ ਤੁਸੀਂ ਭੁੱਖੇ ਮਰੋਗੇ, ਇਹੋ ਜੀ ਤੁਹਾਡੀ ਹਾਲਤ ਹੋਊਗੀ। ਤੇ ਵੈਸੇ ਤਾਂ ਮੈਂ ਚਾਹੁੰਦਾ ਕਿ ਤੁਸੀਂ ਇਹੋ ਜਿਹੀਆਂ ਗਲਤੀਆਂ ਕਰੋ, ਦਿਲੋਂ ਤਾਂ ਮੈਂ ਇਹੀ ਚਾਹੁੰਦਾ, ਪਰ ਮੈਂ ਤਾਂ ਤੁਹਾਨੂੰ ਮੱਤ ਦੇ ਰਿਹਾ ਵੀ ਇਹ ਕੰਮ ਨਾ ਕਰੋ। ਪਰ ਦਿਲੋਂ ਮੈਂ ਇਹ ਚਾਹੁੰਦਾ ਕਿ ਤੁਸੀਂ ਅਡਾਨੀਆਂ ਅਬਾਨੀਆਂ ਦੇ ਕਣਕ ਵੇਚੋ। ਉਹਦਾ ਕਾਰਨ ਪਤਾ ਕੀ? ਉਹਦਾ ਕਾਰਨ ਇਹ ਹੈ ਕਿ ਜਦੋਂ ਤੁਹਾਡੀਆਂ ਜ਼ਮੀਨਾਂ ਜਾਣਗੀਆਂ ਨਾ, ਫਿਰ ਸਾਡਾ ਖੂਨ, ਸਾਡਾ ਇਤਿਹਾਸ ਤਾਂ ਇਹ ਜਿਹੀ ਨਾ, ਫਿਰ ਅਸੀਂ ਡਾਂਗ ਤਾਂ ਚੱਕਾਂਗੇ ਹੀ ਨਾ। ਉਦੋਂ ਬਗੈਰ ਤੁਸੀਂ ਜਾਗਣਾ ਨਹੀਂ। ਜਦੋਂ ਤੁਹਾਡੀਆਂ ਜਾਣ ਲੱਗੀਆਂ ਜ਼ਮੀਨਾਂ, ਉਦੋਂ ਫਿਰ ਤੁਸੀਂ ਡਾਂਗ ਚੱਕੋਗੇ। ਜਦੋਂ ਤੁਸੀਂ ਡਾਂਗ ਚੱਕੋਗੇ, ਫਿਰ ਸਾਡਾ ਸਿੱਖ ਰਾਜ ਵੀ ਵਾਪਸ ਆਏਗਾ। ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਸੀਂ ਇਹੋ ਜਿਹੀਆਂ ਗਲਤੀਆਂ ਕਰੋ, ਪਰ ਅਸੀਂ ਫਿਰ ਵੀ ਤੁਹਾਨੂੰ ਨਸੀਹਤ ਦਿੰਦੇ ਹਾਂ ਕਿ ਇਹ ਚੀਜ਼ਾਂ ਤੋਂ ਬਾਜ਼ ਆਓ। ਇੱਥੇ ਫਾਰਮ ਬਣੇ ਨੇ ਬਾਹਰਲਿਆਂ ਦੇਸ਼ਾਂ ਦੇ ਵਿੱਚ, ਲੇਕਿਨ ਜਿਹੜੀਆਂ ਲੋਕਾਂ ਤੋਂ ਜ਼ਮੀਨਾਂ ਲਈਆਂ ਗਈਆਂ ਨੇ, ਉਹਨਾਂ ਨੂੰ ਗੌਰਮੈਂਟ ਘਰੇ ਬੈਠਿਆਂ ਨੂੰ ਉਹਨਾਂ ਦਾ ਸਾਰਾ ਕੁਝ ਦਿੰਦੀ ਆ। ਇੰਡੀਆ ਦੇ ਵਿੱਚ ਤੁਹਾਨੂੰ ਕੋਈ ਦੇ ਦੂਗਾ? ਤੁਹਾਨੂੰ ਹੈਗਾ ਵਿਸ਼ਵਾਸ ਕਿ ਇੰਡੀਆ ਦੇ ਵਿੱਚ ਇੰਡੀਆ ਦੀ ਗੌਰਮੈਂਟ ਤੁਹਾਨੂੰ ਕੁਝ ਦੇ ਦੇਗੀ? ਜੇ ਤੁਹਾਡੀਆਂ ਜ਼ਮੀਨਾਂ ਚਲੀਆਂ ਗਈਆਂ ਤੇ ਫਿਰ ਫੜ ਕੇ ਜਾਇਆ ਕਰੋ, ਫਿਰ ਆਪਣੇ ਖੇਤ 'ਚ ਫਿਰ ਇੱਕ ਦੂਜੇ ਨਾਲ ਗੱਲ ਕਰਿਆ ਕਰਿਓ। ਇੱਥੇ ਮੇਰੀ ਤੂਤ ਵਾਲੀ ਵੱਟ ਹੁੰਦੀ ਸੀ, ਇੱਥੇ ਸਾਡਾ ਖੂਹ ਲੱਗਿਆ ਹੁੰਦਾ ਸੀ, ਹੈ ਇੱਥੋਂ ਮੈਂ ਇੱਕ ਵਾਰ ਜੌਂਡੀਅਰ ਇੱਥੋਂ ਐ ਮੋੜਿਆ ਯਾਰ, ਉਹ ਪਲਟਦਾ ਬਚ ਗਿਆ। ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਿਆ ਕਰੋ। ਉਹਨਾਂ ਦੇ ਅਡਾਨੀਆਂ ਬਾਨੀਆਂ ਦੇ ਫਾਰਮਾਂ ਦੇ ਵਿੱਚ ਜਾ ਕੇ ਟਿਫਨ ਤੁਹਾਡੇ ਹੱਥ 'ਚ ਹੋਇਆ ਕਰੂਗਾ। ਤੁਸੀਂ 6 ਮਹੀਨੇ ਲੰਘਿਆਂ ਤੋਂ ਸੋਚਦੇ ਹੋ, ਜਦੋਂ ਲੰਘ ਜਾਣ ਤੁਸੀਂ 2 ਦਿਨ ਗਾਂ ਦੀ ਵੀ ਨਹੀਂ ਸੋਚਦੇ। ਤੁਸੀਂ ਉਹ ਲੋਕ ਹੋ, ਲੱਖ ਦੀ ਲਾਹਨਤ ਆ ਤੁਹਾਡੇ। ਇੰਨੇ ਬੰਦੇ ਮਰਵਾ ਕੇ, ਇੰਨੀ ਬਰਬਾਦੀ ਕਰਵਾ ਕੇ, ਸਾਰਾ ਕੁਝ ਕਰਵਾ ਕੇ। ਕੱਲ ਤੁਸੀਂ ਦੀਪ ਸਿੱਧੂ ਦੀ, ਖਬਰਦਾਰ ਅਗਰ ਕਿਸੇ ਨੇ ਦੀਪ ਸਿੱਧੂ ਦਾ ਪਾਠ ਕਰਵਾਇਆ ਜਾਂ ਦੀਪ ਸਿੱਧੂ ਦੀ ਕਿਸੇ ਨੇ ਬਰਸੀ ਮਨਾਉਣ ਦੀ ਹੋਰ ਕੋਸ਼ਿਸ਼ ਕੀਤੀ, 76 ਫੇਰਾਂਗੇ ਅਸੀਂ। ਹੈ ਇੱਕ ਪਾਸੇ ਤੁਸੀਂ ਕਹਿੰਦੇ ਹੋ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਾਂਗੇ, ਠੋਕ ਕੇ ਦੀਪ ਸਿੱਧੂ ਦੀ ਸੋਚ ਕੀ ਸੀ? ਕਿ ਦੀਪ ਸਿੱਧੂ ਤੁਹਾਨੂੰ ਇਹ ਕਹਿੰਦਾ ਸੀ ਕਿ ਅਡਾਨੀਆਂ ਬਾਨੀਆਂ ਦੇ ਕਣਕ ਵੇਚੋ ਜਾ ਕੇ। ਆਹ ਪਹਿਰਾ ਦੇ ਰਹੇ ਹੋ ਤੁਸੀਂ ਦੀਪ ਸਿੱਧੂ ਦੀ ਸੋਚ ਤੇ। ਇਹ ਤਾਂ 4 ਮਹੀਨੇ ਵੀ ਨਹੀਂ ਲੰਘੇ ਵਿਚਾਰੇ ਨੂੰ ਗਏ ਨੂੰ। ਤੇ ਫਿਰ ਦੂਸਰੀ ਗੱਲ, ਇਹ ਭਗਵੰਤ ਮਾਨ ਸਾਹਿਬ, ਤੁਸੀਂ ਕਣਕ ਆਉਣ ਤੋਂ ਪਹਿਲਾਂ ਕਿੰਨੀਆਂ ਕੁ ਮੰਡੀਆਂ ਕਲੀਅਰ ਕਰਤੀਆਂ? ਕਿੰਨੀਆਂ ਕੁ ਮੰਡੀਆਂ ਦੇ ਵਿੱਚ ਤੁਸੀਂ ਬਾਰਦਾਨਾ ਭੇਜਤਾ? ਕਿੰਨੀਆਂ ਕੁ ਮੰਡੀਆਂ ਦੇ ਵਿੱਚ ਤੁਸੀਂ ਸਾਫ਼ ਸਫਾਈ ਕਰਮਚਾਰੀ ਭੇਜਤੇ? ਮੰਡੀਆਂ ਦੇ ਵਿੱਚ ਹਜੇ ਵੀ ਪਾਥੀਆਂ ਪਈਆਂ ਲੋਕਾਂ ਦੀਆਂ। ਲੋਕ ਕਰਨ ਵੀ ਕੀ? ਲੋਕਾਂ ਦੇ ਵੱਸ ਦੀ ਗੱਲ ਵੀ ਹੈ ਨਹੀਂਗੀ। ਪਰ ਲੋਕੋ,
ਤੁਹਾਨੂੰ ਅਪੀਲ ਹੈ, ਤੁਸੀਂ ਅਡਾਨੀਆਂ ਵਾਨੀਆਂ ਦੀ ਜਾਣ ਦੀ ਬਜਾਏ ਤੁਸੀਂ ਗਵਰਨਮੈਂਟ ਦਾ ਗਲ ਫੜੋ ਕਿ ਸਾਨੂੰ ਮੰਡੀਆਂ ਸਾਡੀਆਂ ਖੋਲੋ ਤੇ ਅਸੀਂ ਆਪਣੀਆਂ ਮੰਡੀਆਂ 'ਚ ਕਣਕ ਸਿੱਟੀਏ, ਚਾਹੇ ਸਾਨੂੰ 10 ਦਿਨ ਮੰਡੀ 'ਚ ਬਹਿਣਾ ਪੈ ਜੇ। ਅਸੀਂ ਵੀ ਬੈਠੇ ਆ ਮੰਡੀਆਂ 'ਚ, ਮੈਂ ਖੁਦ ਬੈਠਿਆ ਮਹੀਨਾ ਮੰਡੀ ਦੇ ਵਿੱਚ, ਸਮਝੇ। ਇਹ ਚੀਜ਼ਾਂ ਨੇ ਗੌਰ ਕਰਨ ਵਾਲੀਆਂ। ਇਹਨਾਂ ਚੀਜ਼ਾਂ ਤੇ ਸੋਚ ਵਿਚਾਰ ਕਰੋ। ਤੁਹਾਨੂੰ 100 ਰੁਪਇਆ ਵੱਧ ਦੇ ਦੇਣਗੇ, ਉਹ 200 ਰੁਪਇਆ 1000 ਰੁਪਇਆ ਵੀ ਵੱਧ ਦੇ ਦੇਣਗੇ, ਉਹਨਾਂ ਦੀ ਟੰਗ ਨਹੀਂ ਟੁੱਟਦੀ, ਕਿਉਂਕਿ ਉਹ ਅਰਬਾਂ ਖਰਬਾਂ ਪਤੀ ਨੇ, ਉਹਨਾਂ ਨੂੰ ਕੱਖ ਵੀ ਨਹੀਂ ਹੈ ਇਹਨਾਂ ਚੀਜ਼ਾਂ ਬਾਰੇ। ਤੇ ਜਦੋਂ ਇੱਕ ਸਾਲ ਵੇਚੋਗੇ, ਦੂਸਰੇ ਸਾਲ ਵੇਚੋਗੇ, ਤੁਹਾਨੂੰ ਵੱਧ ਰੇਟ ਦੇਣਗੇ। ਜਦੋਂ ਤੀਸਰੇ ਸਾਲ ਆਓਗੇ ਤੁਹਾਨੂੰ ਕਹਿਣਗੇ ਅਸੀਂ 600 ਦੀ ਲੈਣੀਆਂ, ਦੇਣੀਆਂ ਤਾਂ ਦਿਓ, ਨਹੀਂ ਤਾਂ ਆਪਣੇ ਘਰ ਜਾਓ। ਕਿੱਥੇ ਜਾਓਗੇ ਫਿਰ? ਕਿ ਤੁਹਾਡਾ ਬਾਰਡਰ ਖੁੱਲਾ ਕੇ ਪਾਕਿਸਤਾਨ ਜਾ ਕੇ ਵੇਚ ਆਓਗੇ? ਉਹ ਫਿਰ ਤੁਹਾਨੂੰ 600 ਦੀ ਹੀ ਦੇਣੀ ਪਊ। ਐਂ ਕਰਨਗੇ ਇਹ ਤੁਹਾਡੇ ਨਾਲ। ਵੈਸੇ ਇਹ ਗੱਲਾਂ ਬੋਲੀਆਂ ਤਾਂ ਬਹੁਤ ਲੋਕਾਂ ਨੇ, ਹਰ ਨਿਊਜ਼ ਨੇ ਬੋਲੀਆਂ ਨੇ, ਪਰ ਮੇਰਾ ਵੀ ਫਰਜ਼ ਬਣਦਾ, ਮੈਂ ਜੇ ਵੀਡੀਓ ਬਣਾਉਣਾ ਤਾਂ ਮੈਂ ਵੀ ਆਪਣੇ ਵੱਲੋਂ ਤੁਹਾਨੂੰ ਇਹ ਗੱਲਾਂ ਦੱਸਾਂ। ਤੇ ਬਹੁਤ ਬੰਦੇ ਮੇਰੇ ਨਾਲ ਵੀ ਜੁੜੇ ਹੋਏ ਨੇ। ਇਸ ਕਰਕੇ ਭਰਾਵੋ ਸੋਚੋ, ਗਾਂ ਦੀ ਸੋਚੋ, ਗਾਂ ਕੀ ਹੋ ਰਿਹਾ। ਤੇ ਗਵਰਨਮੈਂਟ ਨੂੰ, ਪੰਜਾਬ ਗਵਰਨਮੈਂਟ ਨੂੰ ਬੇਨਤੀ ਆ, ਭਾਈ ਪੰਜਾਬੀ ਬਣੋ, ਛੱਡੋ ਗੁਲਾਮੀ। ਇਹ ਗੱਲ ਭੁੱਲ ਜਾਓਗੇ, ਤੁਹਾਡੇ ਤੋਂ ਕੋਈ ਸੀਐਮ ਦੀ ਕੁਰਸੀ ਖੋਲੇਗਾ, ਕੋਈ ਕਿਸੇ ਦੀ ਸਾਲੇ ਦੀ ਤਾਕਤ ਨਹੀਂ ਹੈ ਖੋਲੇਗਾ। ਸਾਰੀ ਪੰਜਾਬ ਦੀ ਪਬਲਿਕ ਤੁਹਾਡੇ ਨਾਲ ਆ ਕੇ ਖੜ ਜਾਏਗੀ ਜਿਸ ਦਿਨ ਤੁਸੀਂ ਕਹਿ ਦਿਓਗੇ ਅੱਜ ਮੈਂ ਪੰਜਾਬੀ ਬਣ ਗਿਆ। ਹੈ ਤੁਸੀਂ ਤਾਂ ਪੁਰੋਹਿਤ ਦੀਆਂ ਮੀਟਿੰਗਾਂ ਕਰਾ ਰਹੇ ਹੋ। ਉਹ ਪੁਰੋਹਿਤ ਹੈ ਕੌਣ? ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਜਿਹੜੇ ਲੋਕ ਜਿਨ੍ਹਾਂ ਨੂੰ ਸਿਆਸਤ ਬਾਰੇ ਕੁਝ ਵੀ ਨਹੀਂ ਪਤਾ, ਜਿਹੜੇ ਅਸੀਂ ਪੁਰੋਹਿਤ ਦੀ ਜਨਮ ਕੁੰਡਲੀ ਜਾਣਦੇ ਆ, ਭਗਵੰਤ ਮਾਨ ਸਾਹਿਬ ਤੁਸੀਂ ਨਾ ਜਾਣਦੇ ਹੋਵੋ, ਇਹ ਤਾਂ ਹੋ ਨਹੀਂ ਸਕਦਾ। ਪਰ ਮੈਨੂੰ ਨਹੀਂ ਪਤਾ ਵੀ ਤੁਸੀਂ ਇਹ ਜਾਣ ਬੁੱਝ ਕੇ ਪੰਜਾਬ ਨੂੰ ਬਰਬਾਦੀ ਵੱਲ ਲੈ ਕੇ ਜਾ ਰਹੇ ਹੋ ਜਾਂ ਕੀ ਤੁਹਾਡੀ ਮਜਬੂਰੀ ਹੈ, ਕੀ ਪ੍ਰੋਬਲਮ ਆ, ਸਾਨੂੰ ਕੁਝ ਨਹੀਂ ਪਤਾ। ਪਰ ਇਹ ਹੋ ਬਹੁਤ ਪੈੜਾ ਰਿਹਾ। ਔਰ ਉਹ ਗੈਂਗਸਟਰਾਂ ਦਾ ਇੱਕ ਤੁਸੀਂ ਉਹ ਬਣਾਤੀ। ਤੇ ਉਹ ਕਾਹਦੇ, ਉਹ ਜਿਹੜੇ ਬੰਦੇ ਅਫਸਰ ਲਾਏ ਨੇ, ਉਹ ਮੈਂ ਪਹਿਲਾਂ ਵੀਡੀਓ 'ਚ ਬੋਲਤਾ ਸੀ, ਉਹ ਤੁਹਾਨੂੰ ਸਾਰਾ ਕੁਝ ਪਤਾ। ਯਾਰ ਕਿੱਧਰ ਨੂੰ ਜਾ ਰਹੀ ਹੈ ਸਾਡੀ ਕੌਮ? ਮੈਨੂੰ ਤਾਂ ਫਿਕਰ ਆਉਂਦਾ। ਕੱਲ ਮੈਂ ਬਹੁਤ ਇਮੋਸ਼ਨਲ ਹੋ ਗਿਆ ਸੀ, ਮੈਂ ਰੋਇਆ ਅੱਧਾ ਘੰਟਾ ਬਹਿ ਕੇ। ਯਾਰ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ? ਇਹ ਗੱਲਾਂ ਦਾ ਪੰਜਾਬੀਓ, ਤੁਸੀਂ ਪੰਜਾਬ 'ਚ ਬੈਠੇ ਹੋ, ਤੁਹਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਜਦੋਂ ਤੁਸੀਂ ਪੰਜਾਬ ਤੋਂ ਬਾਹਰ ਨਿਕਲਦੇ ਹੋ, ਜਿਵੇਂ ਅਸੀਂ ਬਾਹਰ ਆ ਨਾ, ਸਾਨੂੰ ਪਤਾ ਹੈ ਕਿ ਕੀ ਹੋ ਰਿਹਾ, ਕੀ ਕਰ ਰਿਹਾ ਸਾਡੇ ਨਾਲ ਸੈਂਟਰ। ਤੁਸੀਂ ਚੱਲ ਹੋ ਕਹਿ ਕੇ ਛੱਡ ਦਿੰਦੇ ਹੋ, ਲੇਕਿਨ ਸਾਨੂੰ ਪਤਾ ਹੈ ਕੀ ਹੋ ਰਿਹਾ ਤੁਹਾਡੇ ਨਾਲ, ਔਰ ਗਾਂ ਤੁਹਾਡੇ ਨਾਲ ਕੀ ਹੋਣਾ। ਤੁਹਾਨੂੰ ਮੈਂ ਅਗਲੇ 5 ਸਾਲ ਦੀ ਜਨਮ ਕੁੰਡਲੀ ਤੁਹਾਡੀ ਦੱਸ ਦੇਣਾ ਲੈ ਵੀ ਕੀ ਹੋਣੀ ਆ ਤੁਹਾਡੇ ਨਾਲ, ਜੇ ਤੁਸੀਂ ਕਹੋ। ਜੇ ਉਹ ਨਾ ਗੱਲਾਂ ਹੋਣ, ਨਾ ਮੈਂ ਕੋਈ ਜੋਤਸ਼ੀਆਂ, ਨਾ ਮੈਂ ਕੋਈ ਬਾਬਾ ਹੈ, ਤੇ ਨਾ ਮੈਂ ਕੋਈ ਤਾਂਤਰਿਕ ਆ, ਜੇ ਨਾ ਉਹ ਗੱਲਾਂ ਹੋਣ ਤਾਂ ਮੇਰੇ ਮੂੰਹ ਤੇ ਥੁੱਕ ਦਿਓ। ਮੈਂ ਤੁਹਾਨੂੰ ਦੱਸ ਦੇਣਾ ਤੁਹਾਡੇ ਨਾਲ ਮੂਹਰੇ 5 ਸਾਲ ਕੀ ਹੋਣ ਵਾਲਾ। ਪਰ ਤੁਸੀਂ ਨਹੀਂ ਇਹ ਗੱਲਾਂ ਨੂੰ ਸੋਚਦੇ। ਤੁਸੀਂ ਤਾਂ ਕੱਲ ਦੀ ਨਹੀਂ ਸੋਚਦੇ ਯਾਰ, ਤੁਸੀਂ ਅੱਜ ਦੀ ਵੀ ਨਹੀਂ ਸੋਚਦੇ, ਹੁਣ ਦੀ ਸੋਚਦੇ ਹੋ ਵੀ ਹੁਣ ਕੀ ਆ। ਗਾ ਘੰਟੇ ਦੀ ਨਹੀਂ ਤੁਸੀਂ ਸੋਚਦੇ ਵੀ ਕੀ ਹੋਣਾ ਘੰਟੇ ਨੂੰ। ਇਸ ਕਰਕੇ ਇਹਨਾਂ ਗੱਲਾਂ ਤੇ ਗੌਰ ਕਰੋ, ਸੋਚੋ ਤੁਹਾਡੇ ਨਾਲ ਹੋ ਕੀ ਰਿਹਾ ਹੈ, ਤੁਹਾਡੀ ਸਿਆਸਤ ਦੇ ਵਿੱਚ ਕੀ ਹੋ ਰਿਹਾ ਹੈ। ਤੁਹਾਡਾ ਅੱਧਾ ਪੰਜਾਬ ਕੰਟਰੋਲ ਕਰਤਾ ਇਹਨਾਂ ਨੇ। ਇਸ ਆਰਮੀ ਨੂੰ, ਡਾਇਰੈਕਟ ਆਰਮੀ ਨੂੰ, ਜਿਹੜੀ ਪੁਰੋਹਿਤ ਦੀ ਉੱਤੇ ਫਾਜ਼ਿਲਕਾ ਦੇ ਵਿੱਚ ਮੀਟਿੰਗ ਹੋਈ ਆ, ਉਹ ਬਹੁਤ ਵੱਡੀ ਗੱਲ ਆ, ਉਹ ਛੋਟੀ ਜੀ ਗੱਲ ਨਹੀਂ ਹੈ। ਕਿਸੇ ਨੇ ਕੋਈ ਕੇਅਰ ਨਹੀਂ ਕੀਤਾ, ਕੋਈ ਪੰਜਾਬ ਦਾ ਮੀਡੀਆ ਨਹੀਂ ਬੋਲ ਰਿਹਾ। ਸਾਰਿਆਂ ਨੇ ਤਾਂ ਮੂੰਹ ਸੀਤੇ ਹੋਏ ਨੇ, ਸਭ ਨੂੰ ਲੋਕ ਲੱਗੇ ਹੋਏ ਨੇ, ਚਾਹੇ ਉਹ ਔਨੇਰਾ ਹੋਵੇ, ਚਾਹੇ ਉਹ ਕੋਈ ਪ੍ਰੋ ਪੰਜਾਬ ਹੋਵੇ, ਚਾਹੇ ਉਹ ਕੋਈ ਪੰਜਾਬੀ ਲੋਕ ਚੈਨਲ ਹੋਵੇ, ਚਾਹੇ ਕੋਈ ਸਾਡੇ ਅਸੀਂ ਸਿੱਖਾਂ ਦਾ ਮਾਣ ਕਰਦੇ ਆ ਅਕਾਲ ਚੈਨਲ ਹੋਵੇ, ਜਾਂ ਸਾਡਾ ਕੋਈ ਸਿੱਖ ਚੈਨਲ ਹੋਵੇ। ਕਿਸੇ ਨੇ ਉਹ ਗੱਲ ਕੋਈ, ਸਾਰੇ ਚੁੱਪ ਨੇ, ਕੋਈ ਨਹੀਂ ਬੋਲ ਰਿਹਾ। ਹੋ ਕੀ ਰਿਹਾ? ਅੱਧਾ ਪੰਜਾਬ ਪੁਰੋਹਿਤ ਨੇ ਆਪਣੇ ਹੱਥ, ਉਹ 3 ਮਹੀਨੇ ਬਾਅਦ ਮੀਟਿੰਗ ਕਰਿਆ ਕਰੇਗਾ ਉਹ ਆਰਮੀ ਨਾਲ। ਕੌਣ ਹੁੰਦਾ ਉਹ ਮੀਟਿੰਗ ਕਰਨ ਵਾਲਾ? ਭਗਵੰਤ ਮਾਨ ਕਰੇ ਮੀਟਿੰਗ? ਇੱਕ RSS ਦਾ ਬੰਦਾ ਆ ਕੇ ਸਾਡੀ ਆਰਮੀ ਨਾਲ ਮੀਟਿੰਗ ਕਰਦਾ ਸਾਡੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ। ਕੀ ਤੁਸੀਂ ਸੋਚਦੇ ਹੋ ਵੀ ਇਹ ਛੋਟੀ ਜੀ ਗੱਲ ਹੈ?